मेरे नाल इस वक्त जुड़ रहे हैं सरदार मंगल सिंह जी, जो कि एक अजिहे सिख हैं जो कई सालों तो सिख धर्म का प्रचार प्रसार कर रहे हैं। सिख धर्म जिसका आधार सेवा है, लोगों की सेवा विच जुटे हुए हैं। तो कित्थों इसकी शुरुआत हुई ते अज जिथे तक वो पहुंचे हैं, वो इस सफ़र नूं किस तरह लैंदे हैं, आओ उन्हां तो ही जानते हैं। सत श्री अकाल मंगल जी, बहुत बहुत स्वागत तुहाडा। वाहिगुरू जी का खालसा, वाहिगुरू जी की फतेह। मैं मंगल सिंह, जिस तरह आप जी ने दस्सिया जी, तो मैं सन 1980 ਦੇ ਵਿੱਚ ਇਸ ਕਲੋਨੀ ਦੇ ਵਿੱਚ ਆਇਆ ਸੀ ਪਾਣੋ ਨਗਰ ਦੇ, ਔਰ 1980 ਤੋਂ ਲੈ ਕੇ ਔਰ 2000 ਤੱਕ ਮੈਂ ਇਸ ਗੁਰਦੁਆਰੇ ਦੀ ਸੇਵਾ ਕੀਤੀ, ਪੂਰੇ 20 ਸਾਲ ਜੀ। 2000 ਦੇ ਵਿੱਚ ਮੇਨ ਜਿਹੜੀ ਸੇਵਾ ਸੀਗੀ ਸਾਨੂੰ, ਉਹ ਰੱਬ ਨੇ ਬਖਸ਼ਿਸ਼ ਕੀਤੀ ਜਦੋਂ ਕਿ 84 ਦੇ ਦੰਗੇ ਹੋਏ ਤੇ ਬਹੁਤ ਸਾਰੇ ਵਿਕਟਿਮ ਜਿਹੜੇ ਸੀ ਉਹਨਾਂ 84 ਦੇ ਦੰਗਿਆਂ ਦੇ ਵਿੱਚ ਪਹਿਲਾਂ ਅਸੀਂ ਸਾਰੇ ਲਾਗੇ ਕਲੋਨੀਆਂ ਦੇ ਵਿੱਚ ਜਦੋਂ ਦੰਗੇ ਹੋ ਰਹੇ ਸਨ, ਬਹੁਤ ਸਾਰੇ ਸ਼ੱਕਰਪੁਰ ਸਕੂਲ ਸਾਡੇ ਮਤਲਬ ਸਾਡੀ ਇਸ ਕਲੋਨੀ ਦੇ ਚਾਰੋਂ ਪਾਸੇ ਹਰ ਕਲੋਨੀ 'ਚ ਦੰਗਾ ਹੋਇਆ, ਹਰ ਕਲੋਨੀ ਜਾਨੀ ਨੁਕਸਾਨ ਹੋਇਆ, ਮਕਾਨ ਸੜ ਗਏ, ਪਰ ਅਸੀਂ ਆਪਣੀ ਇਸ ਕਲੋਨੀ ਦੇ ਵਿੱਚ ਅੱਗੇ ਵੱਧ ਕੇ ਬਾਹਰੋਂ ਕਿਸੇ ਵਿਅਕਤੀ ਨੂੰ ਅੰਦਰ ਨਹੀਂ ਆਉਣ ਦਿੱਤਾ ਤੇ ਇੱਥੇ ਸਾਡੀ ਪਾਣੋ ਨਗਰ ਦੇ ਵਿੱਚ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਹੀਂ ਸੀ ਹੋਣ ਦਿੱਤਾ। ਉਸ ਤੋਂ ਬਾਅਦ ਆ ਫਿਰ ਜਿਹੜੇ ਵਿਕਟਿਮ ਸੀਗੇ ਜੋ ਥਾਣੇ ਦੇ ਵਿੱਚ ਬੈਠੇ ਸਨ, ਉਹ ਥਾਣੇ ਵਾਲੇ ਕਹਿਣ ਲੱਗੇ ਕਿ ਸਾਡੇ ਕੋਲ ਇਹਨਾਂ ਦੇ ਰੋਟੀ ਪਾਣੀ ਦਾ ਅਰੇਂਜਮੈਂਟ ਨਹੀਂ, ਤੁਸੀਂ ਆਪਣੇ ਗੁਰਦੁਆਰੇ ਲੈ ਜਾਓ। ਫਿਰ ਉਹ ਮੈਂ ਗੁਰਦੁਆਰੇ 10-20 ਲਿਆਂਦੇ, ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਉਹ 750 ਬੰਦਾ ਹੋ ਗਿਆ, ਜਿਨ੍ਹਾਂ ਨੂੰ ਕਿ 2.5 ਮਹੀਨੇ ਮੈਂ ਇਕੱਲੇ ਨੇ ਉਹਨਾਂ ਦੀ ਸੇਵਾ ਕੀਤੀ ਆਪਣੇ ਇਸ ਗੁਰਦੁਆਰੇ ਦੇ ਵਿੱਚ ਤੰਬੂ ਲਾ ਕੇ, ਕਿਉਂਕਿ ਗੁਰਦੁਆਰੇ ਦੀ ਛੱਤ ਨਹੀਂ ਸੀ ਹੁੰਦੀ ਤੇ ਦੀਵਾਰਾਂ ਹੁੰਦੀਆਂ ਸਨ, ਤੇ ਦੀਵਾਰਾਂ ਦੇ ਉੱਤੇ ਤੰਬੂ ਲਾ ਕੇ ਫਿਰ ਉਹਨਾਂ ਨੂੰ 2.5 ਮਹੀਨੇ ਉਹਨਾਂ ਦੀ ਸੇਵਾ ਕੀਤੀ, 750 ਆਦਮੀਆਂ ਦੀ। ਔਰ ਉਹਨਾਂ ਦੀ ਸੇਵਾ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਜਦੋਂ ਤੋਰਿਆ ਇੱਥੋਂ, ਉਹਨਾਂ ਨੂੰ ਜ਼ਰੂਰਤ ਦਾ ਜਿਹੜਾ ਸਮਾਨ ਸੀ ਸਾਰਾ ਉਹ ਵੀ ਦੇ ਕੇ ਤੋਰਿਆ। ਉਸ ਤੋਂ ਬਾਅਦ ਹੋਰ ਬਖਸ਼ਿਸ਼ ਹੋਈ ਜਦੋਂ ਇਲਾਕੇ ਦੇ ਵਿੱਚ ਸਾਰੇ ਪਤਾ ਲੱਗਿਆ, ਤੇ 95 ਦੇ ਵਿੱਚ ਮੈਂ ਇਲੈਕਸ਼ਨ ਲੜਿਆ ਗੁਰਦੁਆਰਾ ਕਮੇਟੀ ਦੀ, ਤੇ ਮੈਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਇੰਡੀਪੈਂਡੈਂਟ ਮੈਂਬਰ ਬਣਿਆ ਸੀਗਾ। ਤੇ ਇੰਡੀਪੈਂਡੈਂਟ ਮੈਂਬਰ ਬਣਨ ਤੋਂ ਬਾਅਦ ਉਹਨਾਂ ਦੇ ਵਿੱਚ ਸੇਵਾਵਾਂ ਤੇ ਬਹੁਤ ਕੀਤੀਆਂ। ਸਭ ਤੋਂ ਵੱਡੀ ਸੇਵਾ ਜਿਹੜੀ ਸੀ ਉਹ ਮੈਨੂੰ ਅਨੰਦਪੁਰ ਸਾਹਿਬ ਦੀ ਮਿਲੀ 1999 'ਚ 300 ਸਾਲਾ ਵਿਸਾਖੀ ਤੇ। ਉਹ ਵੀ ਸੇਵਾ ਇਸ ਤਰ੍ਹਾਂ ਝੋਲੀ ਪੈ ਗਈ ਕਿਉਂਕਿ ਜ਼ਿਆਦਾ ਉੱਥੇ ਜਦੋਂ ਇੱਥੇ ਸਾਡੇ ਗੁਰਦੁਆਰਾ ਕਮੇਟੀ ਨੇ ਪ੍ਰਧਾਨ ਸਾਹਿਬ ਨੇ ਐਸਟੀਮੇਟ ਲਾਇਆ ਕਿ 3.5 ਕਰੋੜ ਦਾ ਉੱਥੇ ਖਰਚਾ ਹੈ, ਤੇ ਉਹ 3.5 ਕਰੋੜ ਸੁਣ ਕੇ ਤੇ ਕਈ ਮੈਂਬਰ ਤਿਆਰ ਹੋ ਗਏ ਜੀ, 3.5 ਕਰੋੜ ਦਾ ਖਰਚਾ ਹੈ, ਚਲੋ ਵਿੱਚੋਂ ਕਮਿਸ਼ਨ ਬਣੇਗੀ, ਉਹ ਬਣੇਗਾ, ਤੇ ਇਸ ਲਿਹਾਜ਼ ਦੇ ਨਾਲ ਸਾਰੇ ਤਿਆਰ ਹੋ ਗਏ। ਉਸ ਵੇਲੇ ਮੈਂ ਤਿਆਰ ਨਹੀਂ ਸੀ। ਜਦੋਂ ਉੱਥੇ ਪਤਾ ਲੱਗਾ ਕਿ ਕੰਮ ਜਿਹੜਾ ਸਾਰਾ ਗੌਰਮੈਂਟ ਦੇ ਅੰਡਰ ਹੋਣਾ ਹੈ, ਡੀਸੀ ਸਾਹਿਬ ਦੇ ਅੰਡਰ ਹੋਣਾ ਹੈ, ਔਰ ਉੱਥੇ ਦੇ ਠੇਕੇਦਾਰ ਕੰਮ ਕਰਨਗੇ, ਔਰ ਉੱਥੇ ਦੇ ਇੰਜੀਨੀਅਰ ਮੇਜਰਮੈਂਟ ਕਰਨਗੇ, ਮਟੀਰੀਅਲ ਉੱਥੋਂ ਬਾਦਲ ਸਾਹਿਬ ਫੈਕਟਰੀ ਤੋਂ ਭੇਜਣਗੇ ਸਿੱਧਾ, ਤੇ ਮਤਲਬ ਕੋਈ ਪਰਚੇਜਿੰਗ ਦਾ ਕੰਮ ਨਹੀਂ ਰਿਹਾ, ਤੇ ਫਿਰ ਉਹ ਸਾਰੇ ਮੈਂਬਰ ਪਿੱਛੇ ਹਟ ਗਏ। ਹਿੱਤ ਸਾਹਿਬ ਉਦੋਂ ਪ੍ਰਧਾਨ ਹੁੰਦੇ, ਹਿੱਤ ਸਾਹਿਬ ਫਿਰ ਕਹਿਣ ਲੱਗੇ ਵੀ ਕਿਸ ਤਰ੍ਹਾਂ ਹੋਇਆ ਕਿ ਕੰਮ ਤੇ ਦਿਨ ਥੋੜ੍ਹੇ ਰਹਿ ਗਏ ਨੇ, ਅਸੀਂ ਅਨੰਦਪੁਰ ਸਾਹਿਬ ਨੂੰ ਚਿੱਟਾ ਕਰਨਾ। ਫਿਰ ਮੈਂ ਕਿਹਾ ਕਿ ਅਗਰ ਤੁਸੀਂ ਕਹੋ ਤਾਂ ਮੈਂ ਸੇਵਾ ਕਰ ਸਕਦਾ, ਤੇ ਫਿਰ ਉਹ ਸੇਵਾ ਜਿਹੜੀ ਸੀ ਉਹ ਮੈਂ ਉਸ ਵੇਲੇ ਕੀਤੀ, ਔਰ 2.5 ਮਹੀਨੇ ਦੇ ਵਿੱਚ ਸਾਰਾ ਸ਼ਹਿਰ ਜਿਹੜਾ ਸੀ ਉਹਨੂੰ ਚਿੱਟਾ ਕਰ ਦਿੱਤਾ, ਔਰ ਸਾਰਾ ਖਰਚਾ ਜਿਹੜਾ ਹੈ ਉਸੇ 3.5 ਕਰੋੜ ਦੀ ਬਜਾਏ 78 ਲੱਖ ਰੁਪਏ ਦੇ ਵਿੱਚ ਸਾਰਾ ਕੰਮ ਪੂਰਾ ਕਰ ਦਿੱਤਾ ਜੀ। 1 ਕਰੋੜ ਵੀ ਉਸ ਵੇਲੇ ਖਰਚਾ ਨਹੀਂ ਸੀ ਆਇਆ, ਮਗਰ ਸਾਰਾ ਕੰਮ ਜਿੰਨਾ ਸੀ ਉਹ 78 ਲੱਖ ਦੇ ਵਿੱਚ ਪੂਰਾ ਕੀਤਾ। ਇੰਨਾ ਸੇਵਾ ਕਰਕੇ ਉੱਥੇ ਦਿਲ ਜਿਹੜਾ ਸੀ ਖੁਸ਼ ਹੁੰਦਾ ਸੀ। ਅਨੰਦਪੁਰ ਸਾਹਿਬ ਦੀਆਂ ਛੋਟੀਆਂ ਗਲੀਆਂ, ਅਨੰਦਪੁਰ ਸਾਹਿਬ ਦੇ ਉਹ ਜਗ੍ਹਾਵਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਿਆਹ ਹੋਇਆ, ਸਾਰੀਆਂ ਚੀਜ਼ਾਂ ਦੇ ਦਰਸ਼ਨ ਕੀਤੇ। ਸੋਹਣਾ ਮੋਹਣਾ ਬਾਗ, ਅਨੰਦਪੁਰ ਦਾ ਕਿਲ੍ਹਾ ਕਿੱਦਾਂ ਬਣਿਆ, ਅਨੰਦਪੁਰ ਸਾਹਿਬ ਕਿੱਦਾਂ ਬਣਿਆ, ਸਾਰੀ ਚੀਜ਼ ਜਿਹੜੀ ਹੈ ਉਹ ਸਾਰਾ ਇਤਿਹਾਸ ਜਿਹੜਾ ਸੀ ਉੱਥੇ ਸਾਨੂੰ ਸਾਰਾ ਨਾਲ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਾਰਾ ਪਤਾ ਲੱਗਾ। ਤੇ ਇਸ ਤਰ੍ਹਾਂ ਉਸ ਤੋਂ ਇਲਾਵਾ ਹੋਰ ਵੀ ਸੇਵਾਵਾਂ ਜਿਹੜੀ ਸੀ, ਵੀਹਗੜ੍ਹ ਉੱਥੇ ਗੁਰਦੁਆਰੇ ਕਮੇਟੀ ਵੱਲੋਂ ਸਕੂਲ ਬਣਾਇਆ ਜਾ ਰਿਹਾ ਸੀਗਾ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਸੰਸਕਾਰ ਕਰਨ ਵਾਲਾ ਭਾਈ ਲੱਖੀ ਸ਼ਾਹ ਵਣਜਾਰਾ, ਉਹਦੇ ਨਾਂ ਦੇ ਉੱਤੇ ਸਕੂਲ ਬਣਾਇਆ ਸੀ ਉੱਥੇ, ਉਹ ਜਗ੍ਹਾ ਦੇ ਉੱਤੇ। ਉਹਦੀ ਵੀ ਸੇਵਾਵਾਂ ਜਿਹੜੀ ਹੈ ਉਹ ਪੂਰਾ ਨਹੀਂ ਸੀ ਹੋ ਰਿਹਾ, ਤੇ ਫਿਰ ਮੈਂ ਉਹਦੀ ਵਿੱਚ ਪੈ ਕੇ ਤੇ ਸੇਵਾ ਵਰ ਕਰਕੇ ਤੇ ਉਹਨੂੰ ਪੂਰਾ ਕਰਵਾਇਆ। ਉਹ ਫਿਰ ਚਾਲੂ ਵੀ ਕਰਵਾਇਆ ਸਕੂਲ, ਸਾਰਾ ਕੁਛ ਕੀਤਾ। ਉਸ ਤੋਂ ਇਲਾਵਾ ਵੱਡੀ ਸੇਵਾ ਇੱਕ ਹੋਰ ਨਾਨਕ ਪਾਉ ਸਕੂਲ ਦੇ ਵਿੱਚ ਮਿਲੀ ਸੀ ਚੇਅਰਮੈਨੀ ਦੀ, ਉਹਦੇ ਵਿੱਚ ਵੀ ਦਾਸ ਨੇ ਬਹੁਤ ਉੱਥੇ ਕੰਮ ਕੀਤਾ, ਔਰ ਕਿਸੇ ਚੇਅਰਮੈਨ ਨੂੰ ਅੱਜ ਤੱਕ ਇਹੋ ਜਿਹੇ ਸ਼ਾਬਾਸ਼ ਮਿਲਣੀ ਤੇ ਬਹੁਤ ਮੁਸ਼ਕਿਲ। ਲੋਕੀ ਗਾਲਾਂ ਜ਼ਰੂਰ ਕੱਢਦੇ ਨੇ ਅੱਜ ਕੱਲ੍ਹ ਦੇ ਚੇਅਰਮੈਨਾਂ ਨੂੰ ਕਿ ਕੀਤਾ ਕੁਛ ਨਹੀਂ, ਪਰ ਜਦੋਂ ਮੈਂ ਇਸ ਆਪਣੇ ਇਲਾਕੇ ਨੂੰ ਛੱਡ ਕੇ ਉੱਥੇ ਜਾ ਕੇ ਚੇਅਰਮੈਨੀ ਕੀਤੀ ਆ, ਤੇ ਜਦੋਂ ਉੱਥੇ ਉਹ ਕੰਮ ਕੀਤਾ, ਕਿਉਂਕਿ ਉੱਥੇ ਟੀਨ ਦੀਆਂ ਚਾਦਰਾਂ ਦੇ ਵਿੱਚ 12 ਕਲਾਸਾਂ ਲੱਗਦੀਆਂ ਸਨ। ਗਰਮੀਆਂ ਦੇ ਦਿਨ ਸੀ ਜਦੋਂ ਮੇਰੀ ਉੱਥੇ ਡਿਊਟੀ ਲੱਗੀ। ਉੱਥੇ ਦੇ ਲੋਕ ਕਹਿਣ ਲੱਗੇ ਦੇਖੋ ਜੀ ਇਹ 12 ਕਲਾਸਾਂ ਟੀਨ ਦੀਆਂ ਚਾਦਰਾਂ 'ਚ ਬੱਚੇ ਸੜ ਰਹੇ ਸੀ ਵਿੱਚ, ਤੇ ਇਹਨਾਂ ਦਾ ਕੁਛ ਕਰੋ।
ਤੇ 2 ਮਹੀਨਿਆਂ ਦੀ ਛੁੱਟੀਆਂ ਦੇ ਵਿੱਚ ਮੈਂ ਉੱਥੇ ਉਹਨਾਂ ਵਾਸਤੇ 4 ਮੰਜ਼ਿਲੀ ਬਿਲਡਿੰਗ ਜਿਹੜੇ ਸੀ 16 ਕਮਰੇ ਬਣਾ ਕੇ ਤਿਆਰ ਕਰਕੇ ਜੋ ਦਿੱਤੇ। ਤੇ ਜਿੱਦਣ ਉਹਦਾ ਉਦਘਾਟਨ ਕੀਤਾ, ਮੇਰੇ ਕੋਲ ਟਾਟਾ ਸਮੂਹ ਗੱਡੀ ਸੀ। ਇਲਾਕੇ ਦੇ ਬੰਦਿਆਂ ਨੇ ਇੰਨੇ ਗਿਫਟ ਦਿੱਤੇ ਕਿ ਮੇਰੇ ਨਾਲ ਜਿਹੜਾ ਬੰਦਾ ਗੱਡੀ ਚਲਾਉਂਦਾ ਸੀ, ਡਰਾਈਵਰ ਨੂੰ ਤੇ ਬਹਿਣ ਜੋਗੀ ਵੀ ਜਗ੍ਹਾ ਨਹੀਂ ਸੀ, ਉਹਨੂੰ ਫਿਰ ਮੈਂ 3 ਵੀਲਰ ਤੇ ਲਿਆ। ਤੇ ਆਪ ਮੇਰੀ ਗੱਡੀ ਜਿਹੜੀ ਸੀ ਇੰਨੀ ਗਿਫਟਾਂ ਨਾਲ ਭਰੀ ਸੀ ਲੋਕਾਂ ਨੇ ਇਹਨੂੰ। ਈਵਨ ਉੱਥੋਂ ਦੇ ਜਿਹੜੇ ਸੁਰਿੰਦਰ ਸਿੰਘ ਜੀ MLA ਵੀ ਰਹੇ ਨੇ, ਉਹਨਾਂ ਨੇ, ਤੇ ਇੱਕ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਰਹੇ ਨੇ, ਉਹਨਾਂ ਨੇ। ਯਾਨੀ ਕਿਹਾ ਜਾਵੇ ਕਿ ਜਿੱਥੇ ਵੀ ਤੁਹਾਨੂੰ ਸੇਵਾ ਦਾ ਮੌਕਾ ਮਿਲਦਾ ਤੁਸੀਂ ਹਮੇਸ਼ਾ ਅੱਗੇ ਰਹਿੰਦੇ ਹੋ, ਪਿੱਛੇ ਨਹੀਂ ਹਟਦੇ। ਬਸ ਸੇਵਾ, ਲੇਕਿਨ ਇਹ ਸੇਵਾ ਦਾ ਭਾਵ, ਇਹ ਹਿੰਮਤ ਕਿੱਥੋਂ ਆਉਂਦੀ ਹੈ ਤੁਹਾਡੇ ਅੰਦਰ? ਸੇਵਾ ਸਾਡੇ ਗੁਰੂਆਂ ਨੂੰ ਵੇਖ ਕੇ ਆਉਂਦੀ ਹੈ। ਜਿੱਦਾਂ ਸਾਡੇ ਗੁਰੂਆਂ ਦੇ ਸਿੱਖੀ ਵੱਲੋਂ ਜਿਹੜਾ ਸਾਨੂੰ ਉਤਸ਼ਾਹ ਮਿਲਦਾ ਰਿਹਾ ਹੈ, ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਨਗਰੀ ਦੇ ਨਾਲ ਹੀ ਮੇਰਾ ਪਿੰਡ ਹੈ। ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ, ਜਿੱਥੇ ਉਹਨਾਂ ਨੇ 26 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਸੀ, ਉਸ ਤੋਂ 1 ਮੀਲ ਤੇ ਮੇਰਾ ਪਿੰਡ ਆ ਜੀ। ਉੱਥੇ ਅਸੀਂ ਆਉਂਦੇ ਜਾਂਦੇ ਰਹੇ, ਬਚਪਨ 'ਚ ਪੜ੍ਹਦੇ ਰਹੇ, ਉੱਥੇ 10ਵੀਂ ਤੱਕ ਪੜ੍ਹੇ ਆ ਤੇ 10ਵੀਂ ਉੱਥੇ ਕੀਤੀ ਆ। ਉਹਦੇ ਵਿੱਚ ਸਾਨੂੰ ਉੱਥੋਂ ਹੀ ਗੁਰੂ ਮਹਾਰਾਜ ਦੀ ਹੌਲੀ ਹੌਲੀ ਉਹ ਬਖਸ਼ਿਸ਼ ਮਿਲਦੀ ਰਹੀ ਤੇ ਸੇਵਾ ਦਾ ਉਤਸ਼ਾਹ ਜਾਗਦਾ ਰਿਹਾ। ਸੇਵਾ ਜਿਹੜੀ ਆ ਉਹ ਅਗਰ ਬੰਦਾ ਦਿਲੋਂ ਕਰੇ ਤੇ ਸੇਵਾ ਹੈ। ਅੱਜ ਕੱਲ੍ਹ ਦੇ ਜਿੱਦਾਂ ਮੈਂਬਰ ਨੇ ਨਾ, ਹੁਣ ਜਿੱਦਾਂ ਕਿ ਗੱਡੀ ਗੁਰਦੁਆਰੇ ਦੀ, ਡਰਾਈਵਰ ਗੁਰਦੁਆਰੇ ਦਾ ਬੈਠੇ ਨੇ, ਤੇ ਅਗਰ ਕਿਤੇ ਲੋੜ ਪੈ ਜੇ, ਜਿੱਦਾਂ ਹੁਣ ਮੈਂ ਮੈਂਬਰ ਆ, ਮੇਰਾ ਕਿਤੇ ਕਮੇਟੀ 'ਚ ਰੋਲ ਹੋ ਜੇ ਤੇ ਕਿਤੇ ਕੇਸ ਲੜਨਾ ਪਵੇ, ਤੇ ਗੁਰਦੁਆਰਾ ਕਮੇਟੀ ਤੋਂ ਚੁੱਕ ਕੇ ਪੈਸੇ ਦੇ ਦਿੱਤੇ ਤੇ ਫਿਰ ਕਹਿਣਾ ਜੀ ਅਸੀਂ ਸੇਵਾ ਕਰ ਰਹੇ ਹਾਂ। ਉਹ ਸੇਵਾ ਨਹੀਂ ਹੈ। ਸੇਵਾ ਹੁੰਦੀ ਹੈ। ਸੇਵਾ ਕੀਤੀ ਸੀ ਭਾਈ ਸਾਹਿਬ ਗੁਰੂ ਗੋਬਿੰਦ, ਜਦੋਂ ਸਾਡਾ ਦਰਬਾਰ ਸਾਹਿਬ ਜਿਹੜਾ ਹੈ, ਇਹ ਜਦੋਂ ਢਾਹ ਢੇਰੀ ਕਰ ਦਿੱਤਾ ਗਿਆ, ਢਾਹ ਢੇਰੀ ਕਰਨ ਤੋਂ ਬਾਅਦ ਜਦੋਂ ਦੁਬਾਰਾ ਇਹਨੂੰ ਬਣਾਇਆ ਗਿਆ, ਜੱਸਾ ਸਿੰਘ ਰਾਮਗੜੀਏ ਨੇ ਇਹਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਇਹ ਹੂਬਹੂ ਉੱਦਾਂ ਦਾ ਬਣਾਉਣ ਵਾਸਤੇ ਦੇਸ ਰਾਜ ਮਿਸਤਰੀ ਸੀ ਜਿਹੜਾ ਸੁਰ ਸਿੰਘ ਵਾਲੇ ਦਾ ਸੀ, ਉਹਨੂੰ ਜੱਸਾ ਸਿੰਘ ਰਾਮਗੜੀਏ ਨੇ ਕਿਹਾ ਕਿ ਇਹ ਸੇਵਾ ਤੇਰੇ ਜੁਮੇ ਆ। ਤੇ ਏਦਾਂ ਚਾਦਰ ਵਿਛਾ ਕੇ ਲੱਖਾਂ ਰੁਪਏ ਇਕੱਠੇ ਕਰਕੇ ਤੇ ਉਹਨੂੰ ਟਰੰਕ ਦੇ ਵਿੱਚ ਪਾ ਕੇ ਤੇ ਚਾਬੀ ਦੇਸ ਰਾਜ ਨੂੰ ਦੇਤੀ। ਦੇਸ ਰਾਜ ਨੇ ਕਿਹਾ, ਆਪਣੇ ਘਰ ਗਿਆ ਤੇ ਮੈਂ ਸੇਵਾ ਕਰਨ ਦੀ ਮੈਨੂੰ ਮਿਲੀ, ਆਪਣੀ ਜਨਾਨੀ ਨੂੰ ਤੇ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਮੈਨੂੰ ਸੇਵਾ ਮਿਲੀ ਹੈ ਦਰਬਾਰ ਸਾਹਿਬ ਦੀ, ਮੈਂ ਉੱਦਾਂ ਦਾ ਦਰਬਾਰ ਸਾਹਿਬ ਬਣਾਉਣਾ ਹੈ ਜਿੱਦਾਂ ਦਾ ਪਹਿਲਾਂ ਸੀ, ਜਿਹੜਾ ਢਾਹ ਢੇਰੀ ਕੀਤਾ ਗਿਆ ਹੈ। ਔਰ ਉਹਨੂੰ ਬਣਾਉਣ ਵਾਸਤੇ ਆਪਣੀ ਜਨਾਨੀ ਨੂੰ ਤੇ ਆਪਣੀ ਕੁੜੀ ਨੂੰ ਕਹਿੰਦਾ ਕਿ ਮੈਂ ਸੇਵਾ ਤਾਂ ਕਰ ਸਕਦਾ ਅਗਰ ਤੁਸੀਂ ਅੱਜ ਤੋਂ ਮਜ਼ਦੂਰੀ ਕਰੋ ਔਰ ਜਿਹੜਾ ਕਮਾ ਕੇ ਲਿਆਓਗੇ ਉਹਦੇ ਵਿੱਚੋਂ ਰੋਟੀ ਮੈਨੂੰ ਖਵਾਓਗੇ ਤੇ ਮੈਂ ਤਾਂ ਸੇਵਾ ਪੂਰੀ ਕਰ ਸਕਦਾ। ਉਹਦੀ ਜਨਾਨੀ ਨੇ ਤੇ ਉਹਦੀ ਕੁੜੀ ਨੇ ਦਿਹਾੜੀਆਂ ਕਰਕੇ, ਮਜ਼ਦੂਰੀ ਕਰਕੇ ਜੋ ਰੋਟੀ ਬਣਾ ਕੇ ਲਿਆਉਂਦੀਆਂ ਸਨ, ਉਹਦੇ ਵਿੱਚੋਂ ਰੋਟੀ ਖਾਂਦਾ ਸੀ। ਪਰ ਉੱਥੇ ਦੀ ਚਾਬੀ ਉੱਥੇ ਦੀ ਉੱਥੇ ਛੱਡ ਕੇ ਆਉਂਦਾ ਹੁੰਦਾ ਸੀ। ਇਹ ਨਹੀਂ ਕਿ ਉਹਦੇ ਵਿੱਚੋਂ ਮਜ਼ਦੂਰਾਂ ਤੋਂ ਇਲਾਵਾ ਪੈਸਾ ਕਿਤੇ ਲੈ ਲਵਾਂ। ਉਹਨੂੰ ਕਹਿੰਦੇ ਸੀ ਸੇਵਾ। ਦੇਸ ਰਾਜ ਮਿਸਤਰੀ ਨੇ ਕੀਤੀ ਸੀ ਉਹ ਸੇਵਾ, ਜੱਸਾ ਸਿੰਘ ਆਲੂਵਾਲੀਏ ਤੇ ਕਹਿਣ ਰਾਮਗੜੀਏ ਤੇ ਯਾਨੀ ਉਹ ਸੇਵਾ ਨੂੰ ਤੁਸੀਂ ਅਸਲੀ ਸੇਵਾ ਮੰਨਦੇ ਹੋ ਤੇ ਉਹ ਸੇਵਾ ਅਸਲੀ ਹੈ। ਉਸ ਨੂੰ ਆਪਣੇ ਸਾਹਮਣੇ ਰੱਖ ਕੇ ਤੁਸੀਂ ਵੀ ਉਸ ਰਸਤੇ ਤੇ ਅੱਗੇ ਵਧ ਰਹੇ ਹੋ। ਬਿਲਕੁਲ। ਅੱਜ ਵੀ ਇੱਥੇ ਗੁਰਦੁਆਰੇ ਸਾਹਿਬ ਦੀ ਸੇਵਾ ਹੈ। ਜਿਸ ਗੁਰਦੁਆਰੇ 'ਚ ਅੱਜ ਅਸੀਂ ਬੈਠੇ ਹਾਂ, ਇਸ ਗੁਰਦੁਆਰੇ ਬਾਰੇ ਥੋੜਾ ਜਿਹਾ ਦੱਸੋ। ਇਸ ਗੁਰਦੁਆਰੇ ਦਾ ਨਾਮ ਤੇ ਤੁਹਾਡਾ ਕੀ ਰੋਲ ਹੈ ਇਸ ਗੁਰਦੁਆਰੇ 'ਚ? ਇਸ ਗੁਰਦੁਆਰੇ 'ਚ ਮੈਂ ਆਪ ਜੀ ਨੂੰ ਦੱਸਿਆ ਕਿ ਜਦੋਂ ਇਹ ਪਾਂਡਵ ਨਗਰ ਦਾ ਕਿਹੜਾ? ਪਾਂਡਵ ਨਗਰ ਗੁਰਦੁਆਰਾ ਸਾਹਿਬ ਹੈ। ਜਦੋਂ ਇੱਥੇ ਆਏ ਸੀ ਤੇ ਬਿਲਕੁਲ ਇੱਕ 18x20 ਦਾ ਕਮਰਾ ਸੀ ਇੱਕ ਜੀ। ਉਸ ਤੋਂ ਬਾਅਦ ਗੁਰਦੁਆਰਾ ਵੱਡਾ ਬਣਿਆ, ਫਿਰ ਉਸ ਤੋਂ ਬਾਅਦ ਵੱਡਾ ਬਣਿਆ ਤੇ ਵਿੱਚ 2000 ਤੋਂ ਲੈ ਕੇ ਤੇ 15 ਸਾਲ ਮੈਨੂੰ ਸੇਵਾ ਤੇ ਮੌਕਾ ਜਿਹੜਾ ਸੀ ਉਹ ਨਹੀਂ ਮਿਲਿਆ, ਮੈਂ ਨਹੀਂ ਰਿਹਾ ਸੇਵਾ 'ਚ। 2015 ਦੇ ਵਿੱਚ ਤੋਂ ਬਾਅਦ ਲੈ ਕੇ ਫਿਰ ਮੈਂ ਇਲੈਕਟਡ ਹੋਇਆ, ਫਿਰ 17 'ਚ ਹੋਇਆ, ਫਿਰ 19 'ਚ ਹੋਇਆ, ਹੁਣ ਅਜੇ ਇਲੈਕਸ਼ਨ ਹੋਈ ਨਹੀਂ ਆ ਤੇ ਮੈਂ 6 ਸਾਲ ਤੋਂ ਹੁਣ ਦੁਬਾਰਾ ਫਿਰ ਪ੍ਰਧਾਨ ਚੱਲਿਆ ਆ ਰਿਹਾ। ਸੇਵਾ ਦੇਖ ਕੇ ਲੋਕਾਂ ਨੇ ਇਹ ਸਾਰਾ ਜਿਹੜਾ ਹੈ ਕਿ ਹਰ ਵਾਰੀ ਵੋਟਾਂ ਪਾਉਂਦੇ ਨੇ। ਗੁਰੂ ਮਹਾਰਾਜ ਸੰਗਤ ਜਿਹੜੀ ਆ ਉਹਨਾਂ ਨੂੰ ਕੰਮ ਚਾਹੀਦਾ, ਸੇਵਾ ਚਾਹੀਦੀ ਹੈ। ਸੇਵਾ ਚੰਗੀ ਆ ਤੇ ਉਹ ਅੱਗੇ ਮੌਕਾ ਦਿੰਦੇ ਨੇ ਜੀ। ਤੇ ਜੇ ਸੇਵਾ ਨਹੀਂ ਕਰਾਂਗੇ ਤੇ ਮੌਕਾ ਕਿੱਥੋਂ ਹੋਏਗਾ? ਤੇ ਅੱਜ ਦੇ ਸਮੇਂ 'ਚ ਸਿੱਖੀ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਜੋ ਸਾਡੇ ਗੁਰੂਆਂ ਨੇ ਸਾਨੂੰ ਵਿਰਾਸਤ ਦਿੱਤੀ ਇੱਕ ਸਿੱਖ ਨੂੰ, ਉਸ ਵਿਰਾਸਤ ਨੂੰ ਅਸੀਂ ਕਿੰਨਾ ਅੱਗੇ ਲਿਜਾਣ ਦੇ ਲਾਇਕ ਬਣੇ ਹਾਂ? ਕੀ ਕਮੀਆਂ ਨੇ ਅਗਰ ਦੇਖਿਆ ਜਾਵੇ ਤਾਂ? ਦੇਖੋ ਜੀ, ਅਗਰ ਅਸੀਂ ਆਪਣੇ ਤੌਰ ਤੇ ਮੈਂ ਕਹਾਂ ਤੇ ਅਸੀਂ ਤੇ ਜੋ ਆਪਣੇ ਗੁਰੂਆਂ ਦੇ ਚੱਲਣ ਦੀ ਕੋਸ਼ਿਸ਼ ਚੱਲੀਏ ਤਾਂ ਤੇ ਸਾਡੀ ਸਿੱਖੀ ਹੈ। ਤੇ ਜੇ ਅਸੀਂ ਗੁਰੂਆਂ ਦੇ ਕਹੇ ਤੋਂ ਦੂਰ ਹੋ ਕੇ ਚੱਲਦੇ ਹਾਂ, ਆਪਣਾ ਢਿੱਡ ਅੱਗੇ ਲੈ ਕੇ ਚੱਲਦੇ ਹਾਂ, ਆਪਣਾ ਪੇਟ ਅੱਗੇ ਲੈ ਕੇ ਚੱਲਦੇ ਹਾਂ, ਆਪਣੇ ਵਾਸਤੇ ਮਾਇਆ ਇਕੱਠੀ ਕਰਨਾ ਚਾਹੁੰਦੇ ਹਾਂ ਤੇ ਫਿਰ ਉਹ ਸੇਵਾ ਨਹੀਂ ਹੈ। ਇੱਕ ਸਿੱਖ ਦਾ ਇੱਕ ਸਿੱਖ ਦਾ ਸਭ ਤੋਂ ਪਹਿਲਾ ਧਰਮ ਕੀ ਹੁੰਦਾ ਹੈ ਤੁਹਾਡੇ ਮੁਤਾਬਕ? ਸਭ ਤੋਂ ਪਹਿਲਾਂ ਸਿੱਖ ਦਾ ਧਰਮ ਇਹ ਹੈ ਕਿ ਆਪਣੀ ਰਹਿਤ ਦੇ ਵਿੱਚ ਰਵੇ ਜੀ। ਅਗਰ ਜਿਹਨੂੰ ਰਹਿਤ ਹੀ ਨਹੀਂ ਪਿਆਰੀ, ਅੱਜ ਅਸੀਂ ਕਹਿ ਦਿੰਦੇ ਕਿ ਮੈਂ ਸਿੱਖ ਹਾਂ
ਪਰ ਸਿੱਖ ਜਿਹੜਾ ਉਹ ਬਣਦਾ ਜਦੋਂ ਗੁਰੂ ਮਹਾਰਾਜ ਜੀ ਦਾ ਅੰਮ੍ਰਿਤ ਛਕਦਾ ਹੈ। ਜਦ ਤੱਕ ਅੰਮ੍ਰਿਤ ਨਹੀਂ ਛਕਦਾ ਉਹ ਗੁਰੂ ਦਾ ਸਿੱਖ ਨਹੀਂ ਬਣਦਾ। ਅੰਮ੍ਰਿਤ ਛਕਣ ਲੱਗਿਆ ਉਹ ਸਾਨੂੰ ਹਦਾਇਤਾਂ ਦੱਸਦੇ ਨੇ। ਹਦਾਇਤਾਂ ਦੇ ਵਿੱਚ ਸਾਨੂੰ ਦੱਸਦੇ ਨੇ ਕਿ ਤੁਸੀਂ ਅੱਜ ਤੋਂ ਬਾਅਦ ਸਿੰਘ ਦੇ ਨਾਲ ਆਪਣੀ ਜਾਤ ਪਾਤ ਨਹੀਂ ਲਾਉਣੀ, ਆਪਣੀਆਂ ਪੰਜੇ ਕਕਾਰਾਂ ਦੇ ਧਾਰਨੀ ਰਹਿਣਾ ਹਮੇਸ਼ਾ 24 ਘੰਟੇ। ਤੇ ਜਦੋਂ ਅਸੀਂ ਸਾਨੂੰ ਕੋਈ ਮਿਲ ਜਾਂਦੀ ਹੈ, ਬਖਸ਼ਿਸ਼ ਮਿਲ ਜਾਂਦੀ ਹੈ, ਅਸੀਂ ਮੈਂਬਰ ਬਣ ਜਾਂਦੇ ਹਾਂ, ਤੇ ਫਿਰ ਅਸੀਂ ਆਪਣੇ ਨਾਲ ਲਾ ਦਿੰਦੇ ਹਾਂ, ਅਸੀਂ ਫਲਾਣਾ ਸਿੰਘ ਮਾਨ, ਫਲਾਣਾ ਸਿੰਘ ਸੇਖੋਂ, ਫਲਾਣਾ ਸਿੰਘ ਭੁੱਲਰ, ਫਲਾਣਾ ਸਿੰਘ ਫਲਾਣਾ, ਫਲਾਣਾ ਸਿੰਘ ਫਲਾਣਾ। ਯਾਨੀ ਅਸੀਂ ਆਪਣੇ ਜਿਸ ਮਕਸਦ ਨਾਲ ਅਸੀਂ ਰਸਤੇ ਤੇ ਤੁਰੇ ਤੇ ਅਸੀਂ ਉਹ ਸਿੱਖ ਹੈ ਹੀ ਨਹੀਂ ਆ, ਅਲੱਗ ਹੋ ਜਾਂਦੇ ਹਾਂ। ਅਸੀਂ ਉਹ ਸਿੱਖ ਹੀ ਨਹੀਂ ਆ, ਅਸੀਂ ਸਾਨੂੰ ਸਿੱਖੀ ਪਤਾ ਹੀ ਨਹੀਂ ਆ। ਕਿਉਂਕਿ ਜੇ ਅਸੀਂ ਅੰਮ੍ਰਿਤ ਛਕਿਆ ਹੋ ਤੇ ਸਾਨੂੰ ਰਹਿਤ ਮਰਿਆਦਾ ਦਾ ਪਤਾ ਹੋਊਗਾ ਤੇ ਤਾਂ ਹੀ ਤੇ ਅਸੀਂ ਚੇਤੇ ਰੱਖਾਂਗੇ। ਜੇ ਤੁਸੀਂ ਊੜਾ ਐੜਾ ਪੜਿਆ ਨਹੀਂ ਤੇ ਚੇਤੇ ਕਿੱਥੋਂ ਰੱਖੋਗੇ? ਤੁਸੀਂ ਅੰਮ੍ਰਿਤ ਛਕਿਆ ਹੀ ਨਹੀਂ ਤੇ ਚੇਤੇ ਕਿੱਥੋਂ ਰੱਖੋਗੇ? ਤੁਹਾਨੂੰ ਚੇਤੇ ਤਾਂ ਹੀ ਰਹੂਗਾ ਨਾ ਕਿ ਅਗਰ ਤੁਹਾਨੂੰ ਮਾਸਟਰ ਨੇ ਡਾਂਟਿਆ ਹੋਏਗਾ ਤੂੰ ਗਲਤ ਕਹਿ ਰਿਹਾ। ਜਦੋਂ ਤੁਹਾਨੂੰ ਪਤਾ ਹੀ ਨਹੀਂ ਆ ਤੇ ਫਿਰ ਤੁਸੀਂ ਆਪਣੀ ਜਾਤਾਂ ਦੇ ਨਾਲ ਪਿੱਛੇ ਆਪਣੀਆਂ ਗੋਤਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹੋ। ਇਹ ਸਿੱਖੀ ਨਹੀਂ ਆ। ਸਿੱਖ ਤੇ ਉਹੀ ਆ ਜਿਹੜਾ ਨਿਮਾਣਾ ਹੋ ਕੇ ਰਵੇ ਜੀ। ਤੇ ਗੁਰਬਾਣੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ? ਗੁਰਬਾਣੀ ਤੇ ਦੇਖੋ ਜੀ 24 ਘੰਟੇ ਸਾਨੂੰ ਜੋ ਹੁਕਮ ਹੈ ਮਹਾਰਾਜ ਦਾ ਕਿ 5 ਬਾਣੀਆਂ ਦਾ ਪਾਠ ਜਿਹੜਾ ਨਿਤਨੇਮ ਸਵੇਰੇ ਹਰ ਬੰਦੇ ਨੂੰ ਕਰਨਾ ਚਾਹੀਦਾ ਜਿਹੜਾ ਅੰਮ੍ਰਿਤਧਾਰੀ ਹੈ। ਜੇ ਅੰਮ੍ਰਿਤਧਾਰੀ ਨਹੀਂ ਵੀ ਆ ਤੇ ਤਾਂ ਵੀ ਉਹਨੂੰ ਸਾਡੇ ਵੱਲੋਂ ਇਹੀ ਹਦਾਇਤ ਹੈ ਗੁਰੂ ਵੱਲੋਂ ਕਿ 5 ਬਾਣੀਆਂ ਦਾ ਪਾਠ ਕਰੇ, ਰਾਤ ਨੂੰ ਰਹਿ ਰਸ ਦਾ ਪਾਠ ਕਰਕੇ, ਕੀਰਤਨ ਸੋਲਾ ਪਾਠ ਕਰਕੇ ਸੌਣ ਤੋਂ ਪਹਿਲਾਂ। ਔਰ ਫਿਰ ਸਿੱਖ ਨੂੰ ਹੁਕਮ ਹੈ ਕਿ ਤੂੰ ਆਪਣਾ ਹੁਣ ਰੈਸਟ ਕਰ ਸਕਦਾ। ਤੇ ਨਹੀਂ ਜਿੱਦਾਂ ਸਾਡੇ ਬਾਬਾ ਨੰਦ ਸਿੰਘ ਜੀ ਹੁੰਦੇ ਸਨ, ਉਹ ਜਦੋਂ ਇਹੀ ਸਿੱਖਾਂ ਨੂੰ ਉਪਦੇਸ਼ ਦਿੰਦੇ ਹੁੰਦੇ ਸੀ ਤੇ ਉਹ ਇਹੀ ਕਹਿੰਦੇ ਹਨ, ਸਿੱਖੋ ਸਵੇਰੇ 2:30 ਵਜੇ ਉੱਠ ਕੇ ਖੂਹਾਂ ਦੇ ਉੱਤੇ ਡੋਲ ਖੜਕਾਇਆ ਕਰੋ। ਖੂਹ ਪਹਿਲਾਂ ਪੰਜਾਬੀ ਦੇ ਵੀ ਖੂਹਾਂ ਦੇ ਲੋਕੀ ਪਾਣੀ ਕੱਢ ਕੇ ਤੇ ਨਹਾਉਂਦੇ ਹੁੰਦੇ ਸੀ। ਤੇ ਉਹਨਾਂ ਨੇ ਇੱਕੋ ਹੀ ਗੱਲ ਕਹਿੰਦੇ ਹੁੰਦੇ, ਸਿੱਖੋ 2:30 ਵਜੇ ਉੱਠ ਕੇ ਖੂਹਾਂ ਦੇ ਉੱਤੇ ਡੋਲ ਖੜਕਾਇਆ ਕਰੋ, ਮਤਲਬ 2:30 ਵਜੇ ਇਸ਼ਨਾਨ ਕਰਕੇ ਆਪਣੇ ਕੀਰਤਨ ਪਾਠ ਪੂਜਾ ਦੇ ਵਿੱਚ ਲੱਗੋ। ਬਾਣੀ ਤੋਂ ਸਿਵਾਏ ਤੁਹਾਡਾ ਕੁਝ ਨਹੀਂ ਹੈ। ਬਾਣੀ ਪੜੋਗੇ ਤੇ ਸਭ ਕੁਝ ਹੈ। ਅਗਰ ਬਾਣੀ ਦੇ ਧਾਰਨੀ ਨਹੀਂ ਹੈ, ਅਸੀਂ ਬਾਣੀ ਤੋਂ ਕੱਚੇ ਆ, ਅਸੀਂ ਕਿੰਨੀ ਵੀ ਸੇਵਾ ਕਰੀਏ ਸਾਡੀ ਸੇਵਾ ਜਿਹੜੀ ਹੈ ਉਹ ਥਾਂ ਨਹੀਂ ਪੈਣੀ। ਸਾਨੂੰ ਦਰਦ ਵੀ ਹੋਣਾ। ਸਾਡੇ ਬਾਣੀ ਦੇ ਧਾਰਨੀ ਸਨ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹੀਦ ਹੋ ਗਏ, ਕਿ ਉਹਨਾਂ ਨੂੰ ਦਰਦ ਨਹੀਂ ਸੀ ਹੋ ਰਿਹਾ ਜਦੋਂ ਆਰਾ ਚੱਲ ਰਿਹਾ? ਉਹ ਬਾਣੀ ਦੀ ਸਹਾਇਤਾ ਸੀ। ਬਾਣੀ ਦਾ ਉਹਨਾਂ ਦੇ ਕੋਲ ਸੀ ਸਭ ਕੁਝ, ਜਜ਼ਬਾ ਸੀ, ਜਜ਼ਬਾਤ ਸੀ, ਬਾਣੀ ਦੀ ਕਦਰ ਕਰਦੇ ਸਨ। ਔਰ ਬਾਣੀ ਉਹਨਾਂ ਨੂੰ ਸਹਾਰਾ ਦਿੰਦੀ ਸੀ, ਬਾਣੀ ਉਹਨਾਂ ਨੂੰ ਸਹਿਣ ਸ਼ਕਤੀ ਦਿੰਦੀ ਸੀ। ਕਿ ਗੁਰੂ ਅਰਜਨ ਦੇਵ ਸਾਹਿਬ ਤਤੀ ਤਵੀ ਤੇ ਬੈਠੇ, ਉਹਨਾਂ ਨੂੰ ਜਲਨ ਨਹੀਂ ਹੋ ਰਹੀ ਸੀ, ਸਿਰਫ ਬਾਣੀ ਦੇ ਧਾਰਨੀ ਸੀ, ਬਾਣੀ ਦਾ ਜਾਪ ਕਰਦੇ ਸੀ। ਗੁਰੂ ਮਹਾਰਾਜ ਦਾ ਜਪ ਸਭ ਕੁਝ ਉੱਚਾ ਹੈ ਤੇ ਉਹਦੇ ਨਾਲ ਹੀ ਸਾਨੂੰ ਸਭ ਕੁਝ ਚੀਜ਼ਾਂ ਜਿਹੜੀਆਂ ਬਖਸ਼ਿਸ਼ਾਂ ਗੁਰੂ ਮਹਾਰਾਜ ਬਖਸ਼ਦੇ ਨੇ। ਅਗਰ ਅਸੀਂ ਗੁਰੂ ਮਹਾਰਾਜ ਜੀ ਦੀ ਸੱਚੇ ਦਿਲੋਂ ਆਰਾਧਨਾ ਨਹੀਂ ਕਰਨੇ, ਬਾਣੀ ਨਹੀਂ ਪੜ੍ਹਦੇ, ਤੇ ਸਾਡਾ ਸਿੱਖ ਹੋਣ ਦਾ ਵੀ ਫਾਇਦਾ ਕੋਈ ਨਹੀਂ। ਤੇ ਕੁਝ ਮੈਸੇਜ ਦੇਣਾ ਚਾਹੋਗੇ? ਮੈਸੇਜ ਮੈਂ ਅੱਜ ਦੀ ਦਿੱਲੀ ਸੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੂੰ ਦੇਣਾ ਚਾਹੁੰਦਾ ਹੈ ਕਿ ਇੰਨੀ ਵੱਡੀ ਮੇਰੇ ਲਿਆਕਤ ਨਹੀਂ ਆ, ਨਾ ਮੈਂ ਇੰਨੀ ਵੱਡੀ ਅਕਲ ਦਾ ਮਾਲਕ ਆ, ਪਰ ਥੋੜਾ ਬਹੁਤਾ ਸੇਵਾ ਸਮਝ ਕੇ ਸੇਵਾ ਕਰੋ। ਆਪਣੇ ਘਰ ਅੱਗੇ ਭਰਨ ਦੀ ਕੋਸ਼ਿਸ਼ ਨਾ ਕਰੋ। ਜਿਹੜਾ ਤੁਹਾਨੂੰ ਗੁਰਦੁਆਰਿਆਂ ਤੋਂ ਫੰਡ ਮਿਲਦਾ ਹੈ ਉਹ ਜੇ ਗਰੀਬਾਂ ਵਾਸਤੇ ਮਿਲਦਾ ਹੈ ਜਾਂ ਕਿਸੇ ਦੀ ਫੀਸ ਮਾਫ ਕਰਨ ਵਾਸਤੇ ਮਿਲਦਾ ਹੈ, ਤੁਸੀਂ ਦੇਖੋ ਕੋਈ ਗਰੀਬ ਜਾਂਦਾ ਤੁਸੀਂ ਉਹਦੀ ਫੀਸ ਮਾਫ ਨਹੀਂ ਕਰਦੇ ਹੋ, ਉਹਦੀ ਫੀਸ ਮਾਫ ਕਰਦੇ ਹੋ ਜਿਹੜਾ ਤੁਹਾਨੂੰ 50,000 ਰੁਪਇਆ ਦੇ ਦੇ ਤੁਹਾਡੀ ਜੇਬ 'ਚ ਪਾ ਦੇ, ਉਸ ਬੱਚੇ ਦੀ ਤਾਂ ਫੀਸ ਮਾਫ ਹੋ ਜਾਂਦੀ ਹੈ। ਪਰ ਕੋਈ ਗਰੀਬ ਜਾਂਦਾ ਤੇ ਕਹਿੰਦੇ ਨਹੀਂ ਕੱਲ ਆਈ, ਅੱਜ ਚਲੇ ਜਾ, ਅੱਜ ਮੇਰੇ ਕੋਲ ਟਾਈਮ ਨਹੀਂ, ਕੱਲ ਆਣਾ। ਮਤਲਬ ਭੁੱਖਾ ਭਾਵੇਂ ਮਰ ਜਾਏ ਗਰੀਬ, ਪਰ ਉਹਦੀ ਤੁਸੀਂ ਮਦਦ ਨਹੀਂ ਕਰਦੇ। ਤੁਸੀਂ ਇਲੈਕਸ਼ਨ ਵੇਲੇ ਕਹਿ ਦਿੰਦੇ ਹੋ ਕਿ ਅਸੀਂ ਇਹ ਕਰਾਂਗੇ, ਗਰੀਬ ਵਾਸਤੇ 21,000 ਰੁਪਇਆ ਦੇਵਾਂਗੇ, ਵਿਧਵਾਵਾਂ ਨੂੰ ਦੇਵਾਂਗੇ, ਪਰ ਕਰਦੇ ਕੁਛ ਨਹੀਂ ਹੋ। ਇਹਨੂੰ ਕਰਨਾ ਸਿੱਖੋ। ਸਕੂਲਾਂ ਦਾ ਧਿਆਨ ਕਰੋ। ਸਕੂਲਾਂ ਦੇ ਵਿੱਚ ਜਿੰਨਾ ਤੁਹਾਡਾ ਮਿਆਰ ਡਿੱਗਦਾ ਜਾ ਰਿਹਾ ਸਿੱਖੀ ਦਾ, ਪੰਜਾਬੀ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹੋ, ਉਹ ਕੁਛ ਨਾ ਕੁਛ ਕਰੋ। ਬੱਚਿਆਂ ਨੂੰ ਪੜ੍ਹਾਓ, ਬੱਚੇ ਅੱਗੇ ਆਉਣ। ਬੱਚੇ ਨੂੰ ਤੁਸੀਂ ਜਦੋਂ ਅੱਜ ਆਪਣੇ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਲੱਗੇਗਾ ਤੇ ਫਿਰ ਕਿੱਥੋਂ ਪਤਾ ਲੱਗੇਗਾ? ਬਿਲਕੁਲ। ਇਸ ਕਰਕੇ ਬੇਨਤੀ ਹੈ ਉਹਨਾਂ ਅੱਗੇ, ਸਾਰਿਆਂ ਅੱਗੇ, ਕਿ ਆਪਣੀ ਸੇਵਾ ਸਮਝ ਕੇ ਸੇਵਾ ਕਰੋ ਔਰ ਸੇਵਾ ਸਮਝ ਕੇ ਗਰੀਬਾਂ ਦੀ ਸੇਵਾ ਕਰੋ। ਅੱਜ ਜਿਹੜਾ ਇਹ ਗੁਰੂ ਮਹਾਰਾਜ ਨੇ ਇਹੀ ਕਿਹਾ ਸੀ ਕਿ ਗਰੀਬ ਦਾ ਮੂੰਹ ਹੈ ਗੁਰੂ ਦੀ ਗੋਲਕ, ਪਰ ਅਸੀਂ ਆਪਣਾ ਮੂੰਹ ਜਿਹੜਾ ਉਹ ਅੱਗੇ ਰੱਖਦੇ ਹਾਂ, ਗਰੀਬ ਨੂੰ ਪਿੱਛੇ ਧੱਕਾ ਦੇ ਦਿੰਦੇ ਹਾਂ। ਇਹੀ ਮੇਰੀ ਬੇਨਤੀ ਹੈ ਉਹਨਾਂ ਸਾਰਿਆਂ ਨੂੰ ਕਿ ਆਪਣੇ ਸਿੱਖੀ ਦੇ ਦਾਇਰੇ 'ਚ ਰਹੋ। ਆਪਣਾ ਅੰਮ੍ਰਿਤਪਾਨ ਜੇ ਨਹੀਂ ਕੀਤਾ ਤੇ ਅੰਮ੍ਰਿਤਪਾਨ ਕਰੋ, ਤੁਹਾਨੂੰ ਗੁਰੂ ਤੋਂ ਡਰ ਲੱਗੇ। ਅਗਰ ਅਸੀਂ ਚੋਰੀ ਕਰਦੇ ਹਾਂ ਤੇ ਕੜਾ ਸਾਡੇ ਗਾੜੀ ਆਏਗਾ ਤਾਂ ਸਾਨੂੰ ਡਰ ਲੱਗੇਗਾ। ਅਗਰ ਸਾਡੇ ਸਾਹਮਣੇ ਕਿਸੇ ਮਜ਼ਲੂਮ ਨੂੰ, ਕੋਈ ਮਾੜੇ ਆਦਮੀ ਨੂੰ ਕੋਈ ਮਾਰ ਕੁੱਟ ਰਿਹਾ ਤੇ ਜੇ ਅਗਰ ਅਸੀਂ ਉਹਨੂੰ ਬਚਾਉਣ ਨਹੀਂ ਗਏ ਤੇ ਸਾਡਾ ਸਿੱਖੀ ਧਰਮ ਕੁਛ ਨਹੀਂ ਹੈ। ਸਾਡਾ ਧਰਮ ਇਹੀ ਕਹਿੰਦਾ ਹੈ
ਘਰ ਆਏ ਦੀ ਸੇਵਾ ਕਰ, ਮੈਂ ਘਰ ਆਏ ਨੂੰ ਦੇਗ, ਤੇ ਜਿਹੜਾ ਤੁਹਾਡੇ ਤੇ ਚੜ ਕੇ ਆਵੇ ਉਹਦੇ ਵਾਸਤੇ ਤੇਗ। ਤੇ ਹਰ ਇੱਕ ਦੀ ਰੱਖਿਆ ਕਰਨ ਵਾਸਤੇ ਸਿੱਖੀ ਜਿਹੜੀ ਆ ਸਾਨੂੰ ਬਹੁਤ ਕੁਝ ਦੱਸਦੀ ਹੈ, ਬਹੁਤ ਕੁਝ ਦੱਸਦੀ ਆ। ਜੀ। ਪਰ ਅਸੀਂ ਜੇ ਉਸ ਗੁਰੂ ਦੇ ਬਣ ਕੇ ਰਹੀਏ, ਗੁਰੂ ਮਹਾਰਾਜ ਮਿਹਰ ਕਰਨ ਕਿ ਉਹ ਵੀ ਸਾਨੂੰ ਆਪਣਾ ਬਣਾ ਕੇ ਰੱਖਣ। ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੰਗਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।